हाँ जी स्टूडेंट्स, लास्ट टाइम तुसी इमल्शनस के बारे डिस्कस किया सी ते अज नैक्सट टॉपिक आप डिस्कस करांगे एप्लीकेशनस ऑफ इमल्शनस। सब तो पहले नंबर ते है कंसनट्रेशन ऑफ ओरस इन मैटलर्जी। सो मैटलर्जी की एक प्रोसैस है वो नैक्सट चैप्टर दे विच तुसी डिस्कस करनी है। मैटलर्जी कहते हैं कि डिफरेंट ਜਿਹੜੀਆਂ ਮੈਟਲਸ ਦੀਆਂ ਕੱਚੀਆਂ ਧਾਤਾਂ ਨੇ ਉਹਨਾਂ ਤੋਂ ਮੈਟਲਸ ਦੀ ਪਿਓਰੀਫਿਕੇਸ਼ਨ ਕਰਨੀ, ਉਹਨੂੰ ਮੈਟਲਰਜੀ ਦਾ ਨਾਮ ਦਿੱਤਾ ਜਾਂਦਾ ਹੈ। ਇਹਦੀ ਡੈਫੀਨੇਸ਼ਨ ਵੀ ਮੈਂ ਤੁਹਾਨੂੰ ਦੱਸ ਦੇਣਾ, ਵੈਸੇ ਨੈਕਸਟ ਚੈਪਟਰ 'ਚ ਤੁਸੀਂ ਪੜ੍ਹਨੀ ਵੀ ਹੈ। ਦ ਪ੍ਰੋਸੈਸ ਆਫ ਐਕਸਟ੍ਰੈਕਸ਼ਨ ਆਫ ਮੈਟਲਸ ਫਰੋਮ देयर ਕੰਸਨਟ੍ਰੇਟਡ ਓਰਸ ਇਜ਼ ਕਾਲਡ ਮੈਟਲਰਜੀ। ਉਹ ਪ੍ਰੋਸੈਸ ਜਿਹਦੇ ਵਿੱਚ ਕੱਚੀਆਂ ਧਾਤਾਂ ਤੋਂ ਮੈਟਲਸ ਨੂੰ ਪਿਓਰੀਫਾਈ ਕਰਕੇ ਕੱਢਿਆ ਜਾਂਦਾ ਹੈ, ਉਸ ਪ੍ਰੋਸੈਸ ਨੂੰ ਮੈਟਲਰਜੀ ਦਾ ਨਾਮ ਦਿੱਤਾ ਜਾਂਦਾ ਹੈ। ਤੇ ਉਸ ਪ੍ਰੋਸੈਸ ਦੇ ਵਿੱਚ ਇੱਕ ਕੰਸਨਟ੍ਰੇਸ਼ਨ ਦੀ ਪ੍ਰੋਸੈਸ ਵੀ ਹੁੰਦੀ ਹੈ ਕਿ ਕੱਚੀ ਧਾਤ ਦੀ ਕੰਸਨਟ੍ਰੇਸ਼ਨ ਕਰਨੀ, ਮਤਲਬ ਉਹਦੇ ਵਿੱਚੋਂ ਮੋٹے ਤੌਰ 'ਤੇ ਜੋ ਇੰਪਿਓਰਿਟੀਜ਼ ਨੇ, ਰੇਤ ਮਿੱਟੀ ਵਗੈਰਾ, ਉਹਨੂੰ ਸੈਪਰੇਟ ਕਰਨਾ। ਸੋ ਇਹਦੇ ਵਿੱਚ ਵੀ ਇਮਲਸ਼ਨ ਜੋ ਹੈ ਬਣਾਈ ਜਾਂਦੀ ਹੈ ਇਸ ਪ੍ਰੋਸੈਸ ਨੂੰ ਕਰਨ ਦੇ ਲਈ। ਇਹ ਆਪਾਂ ਡਿਸਕਸ ਕਰਦੇ ਹਾਂ। ਇਹ ਵੈਸੇ ਟੌਪਿਕ ਤੁਸੀਂ ਫਰੋਥ ਫਲੋਟੇਸ਼ਨ ਪ੍ਰੋਸੈਸ, ਪੰਜਾਬੀ ਦੇ ਵਿੱਚ ਇਹਨੂੰ ਕਹਿੰਦੇ ਆ ਝੱਗ ਤੈਰਾਊ ਵਿਧੀ। ਇਹ ਤੁਸੀਂ ਸ਼ਾਇਦ 9th ਜਾਂ 10th ਕਲਾਸ ਦੇ ਵਿੱਚ ਵੀ ਕਿਤੇ ਟੌਪਿਕ ਆਉਂਦਾ ਹੈ, ਉੱਥੇ ਵੀ ਪੜ੍ਹਦੇ ਆ। ਬਟ ਇੱਥੇ ਤੁਸੀਂ ਨੈਕਸਟ ਚੈਪਟਰ 'ਚ ਜਾ ਕੇ 6th ਚੈਪਟਰ ਹੈ ਜਿਹੜਾ ਤੁਹਾਡਾ, ਉਹਦੇ 'ਚ ਵੀ ਤੁਸੀਂ ਇਹ ਟੌਪਿਕ ਡਿਸਕਸ ਕਰਨਾ ਹੈ। ਸੋ ਲਿਖਿਆ ਹੋਇਆ ਦ ਕੰਸਨਟ੍ਰੇਸ਼ਨ ਆਫ ਸਲਫਾਈਡ ਔਰ of a metal by froth flotation process involves the use of some oil such as pine oil। ਕਹਿੰਦੇ ਜਿਹੜੀ ਸਲਫਾਈਡ ਕੱਚੀ ਧਾਤ ਹੈ ਕਿਸੇ ਵੀ ਮੈਟਲ ਦੇ ਵਿੱਚ ਜਿਹਦੇ ਵਿੱਚ ਸਲਫਰ ਮਿਕਸ ਹੈ, ਉਹਨੂੰ ਸਲਫਾਈਡ ਔਰ ਕਹਿ ਦਿੰਦੇ ਆ। ਕਿ ਕੋਈ ਮੈਟਲ ਹੈ ਉਹਦੇ ਵਿੱਚ ਸਲਫਰ ਜੋ ਹੈ ਇੱਕ ਇੰਪਿਓਰਿਟੀ ਦੇ ਤੌਰ 'ਤੇ ਮਿਕਸ ਹੈ, ਉਹਦੀ ਜਦੋਂ ਕੰਸਨਟ੍ਰੇਸ਼ਨ ਕੀਤੀ ਜਾਂਦੀ ਹੈ, ਕਹਿੰਦੇ ਮਤਲਬ ਸਲਫਰ ਨੂੰ ਮੈਟਲ ਤੋਂ ਸੈਪਰੇਟ ਜਦੋਂ ਕੀਤਾ ਜਾਂਦਾ ਹੈ ਤਾਂ ਝੱਗ ਤੈਰਾਊ ਵਿਧੀ ਦੇ ਨਾਲ ਸੈਪਰੇਟ ਕੀਤਾ ਜਾਂਦਾ ਹੈ, ਫਰੋਥ ਫਲੋਟੇਸ਼ਨ ਪ੍ਰੋਸੈਸ ਦੇ ਨਾਲ। ਤਾਂ ਉਹਦੇ ਵਿੱਚ ਕੁਛ ਆਇਲ ਜਿਹੜਾ ਹੈ ਉਹ ਉਸ ਮਟੀਰੀਅਲ ਦੇ ਵਿੱਚ ਐਡ ਕੀਤਾ ਜਾਂਦਾ ਹੈ, ਜਿਵੇਂ ਕਿ ਪਾਈਨ ਆਇਲ ਹੋ ਗਿਆ, ਨਾਰੀਅਲ ਦਾ ਤੇਲ ਜਿਹੜਾ ਉਹ ਐਡ ਕੀਤਾ ਜਾਂਦਾ ਹੈ। ਦ ਆਇਲ ਫਾਰਮਸ ਇਮਲਸ਼ਨ ਵਿਦ ਓਰ ਪਾਰਟੀਕਲਸ। ਉਹ ਕੱਚੀ ਧਾਤ ਦੇ ਪਾਰਟੀਕਲਸ ਦੇ ਨਾਲ ਜਿਹੜਾ ਆਇਲ ਹੈ ਉਹ ਇਮਲਸ਼ਨ ਬਣਾ ਲੈਂਦਾ ਹੈ। ਐਂਡ ਵੈਨ ਦ ਏਅਰ ਇਜ਼ ਬਬਲਡ ਥਰੂ ਦ ਇਮਲਸ਼ਨ then it rises to the surface as a foam। ਤੇ ਕਹਿੰਦੇ ਫਿਰ ਜਦੋਂ ਏਅਰ ਹਵਾ ਜਿਹੜੀ ਹੈ ਉਹ ਭੇਜੀ ਜਾਂਦੀ ਹੈ ਉਸ ਇਮਲਸ਼ਨ ਦੇ ਵਿੱਚ, ਤਾਂ ਕਿਆ ਹੁੰਦਾ ਕਿ ਉਹਦੇ ਵਿੱਚ ਝੱਗ ਬਣ ਜਾਂਦੀ ਹੈ, ਤੇ ਝੱਗ ਦੇ ਨਾਲ ਜਿਹੜੇ ਓਰ ਦੇ ਪਾਰਟੀਕਲਸ ਹੈ ਉਹ ਉੱਪਰ ਆ ਜਾਂਦੇ ਆ, ਰਾਈਜ਼ਸ ਟੂ ਦਾ ਸਰਫੇਸ ਐਂਡ ਇਜ਼ ਸਕਿਮਡ ਆਫ। ਸਕਿਮਡ ਆਫ ਮਤਲਬ ਫਿਰ ਉਹ ਜਿਹੜੀ ਝੱਗ ਹੁੰਦੀ ਆ ਉਹਨੂੰ ਚੁੱਕ ਕੇ ਸਾਈਡ 'ਤੇ ਕਰ ਦਿੱਤਾ ਜਾਂਦਾ, ਸੈਪਰੇਟ ਕਰ ਦਿੱਤਾ ਜਾਂਦਾ, ਇਹਨੂੰ ਸਕਿਮਿੰਗ ਕਹਿ ਦਿੰਦੇ ਆਪਾਂ, ਸਕਿਮਡ ਆਫ। ਸੋ ਇਸ ਤਰ੍ਹਾਂ ਇੱਥੇ ਵੀ ਇਮਲਸ਼ਨ ਬਣਦੀ ਹੈ ਮੈਟਲਸ ਦੀ ਪਿਓਰੀਫਿਕੇਸ਼ਨ ਦੇ ਲਈ। ਨੈਕਸਟ ਇਨ ਮੈਡੀਸਨਸ ਦੇ ਵਿੱਚ ਵੀ ਇਮਲਸ਼ਨ ਬਣਾਈ ਜਾਂਦੀ ਹੈ, ਇੱਥੇ ਵੀ ਐਪਲੀਕੇਸ਼ਨ ਹੈ ਇਹਦੀ। ਦ ਵੇਰੀਅਸ ਫਾਰਮਾਸਿਊਟੀਕਲਸ ਦਵਾਈਆਂ ਨੂੰ ਕਹਿੰਦੇ ਆ ਮੈਡੀਸਨਸ, ਐਂਡ ਕਾਸਮੈਟਿਕਸ ਕਰੀਮਾਂ ਵਗੈਰਾ ਹੋ ਗਈਆਂ ਜਿਹੜੀਆਂ, ਓਇੰਟਮੈਂਟਸ ਅਵੇਲੇਬਲ ਇਨ ਲਿਕੁਇਡ ਫਾਰਮ ਸੱਚ ਐਜ਼ ਕੌਡ ਲਿਵਰ ਆਇਲ, ਬੀ ਕੰਪਲੈਕਸ, ਵੀ ਨਹੀਂ ਹੈ ਬੀ ਹੈ, ਬੀ ਕੰਪਲੈਕਸ, ਓਇੰਟਮੈਂਟਸ ਕਰੀਮਾਂ ਹੋ ਗਈਆਂ ਜਿਹੜੀਆਂ ਜ਼ਖਮਾਂ ਵਗੈਰਾ ਦੇ ਉੱਤੇ ਲੱਗਦੀਆਂ, ਐਟਸੈਟਰਾ ਆਰ ਦਾ ਇਮਲਸ਼ਨਸ ਆਫ ਵਾਟਰ ਇਨ ਆਇਲ ਟਾਈਪ ਇਮਲਸ਼ਨਸ। ਮਤਲਬ ਕਹਿੰਦੇ ਕੁਛ ਜਿਹੜੀਆਂ ਦਵਾਈਆਂ ਬਣਾਈਆਂ ਜਾਂਦੀਆਂ, ਕਰੀਮਸ ਵਗੈਰਾ ਹੋ ਗਈਆਂ, ਜਾਂ ਬੀ ਕੰਪਲੈਕਸ ਦੇ ਕੈਪਸੂਲ ਵਗੈਰਾ ਹੋ ਗਏ, ਅਕੌਰਡ ਲਿਵਰ ਆਇਲ ਵਗੈਰਾ, ਇਹਦੇ ਵੀ ਕੈਪਸੂਲ ਵਗੈਰਾ ਹੁੰਦੇ ਆ, ਮੈਡੀਸਨਸ ਨੇ, ਉਹ ਵਾਟਰ ਇਨ ਆਇਲ ਟਾਈਪ ਇਮਲਸ਼ਨਸ ਹੁੰਦੀਆਂ ਨੇ ਉਹ। ਨੈਕਸਟ ਇਨ ਕਲੀਨਜ਼ਿੰਗ ਐਕਸ਼ਨ ਆਫ ਸੋਪਸ। The cleansing action of soap is based upon the formation of oil in water type emulsion। ਇਹਦੇ ਬਾਰੇ ਤਾਂ ਪਹਿਲਾਂ ਵੀ ਦੱਸਿਆ ਸੀ ਤੁਹਾਨੂੰ ਕਿ ਜਿਹੜਾ ਸਾਬਣ ਹੈ ਜਦੋਂ ਪਾਣੀ ਦੇ ਵਿੱਚ ਮਿਕਸ ਕੀਤਾ ਜਾਂਦਾ ਹੈ ਤਾਂ ਫਿਰ ਸਾਬਣ ਘੱਟ ਅਮਾਊਂਟ ਦੇ ਵਿੱਚ ਹੁੰਦਾ ਔਰ ਆਇਲੀ ਹੁੰਦਾ, ਅਤੇ ਫਿਰ ਉਹ ਆਇਲ ਇਨ ਵਾਟਰ ਟਾਈਪ ਇਮਲਸ਼ਨ ਹੋ ਜਾਂਦੀ ਹੈ। ਸੋ ਕਲੀਨਜ਼ਿੰਗ ਐਕਸ਼ਨ ਆਫ ਸੋਪ ਦੇ ਵਿੱਚ ਵੀ ਜੋ ਸਾਬਣ ਸੋਲਿਊਸ਼ਨ ਹੈ ਉਹ ਇੱਕ ਇਮਲਸ਼ਨ ਦਾ ਹੀ ਕੰਮ ਕਰਦਾ ਹੈ, ਜਿਹੜੀ ਕਿ ਆਇਲ ਇਨ ਵਾਟਰ ਟਾਈਪ ਇਮਲਸ਼ਨ ਹੁੰਦੀ ਹੈ। ਨੈਕਸਟ ਇੱਕ ਹੋਰ ਇਹਦੀ ਐਪਲੀਕੇਸ਼ਨ ਹੁੰਦੀ ਹੈ, ਉਹ ਵੀ ਆਪਾਂ ਇੱਥੇ ਡਿਸਕਸ ਕਰਦੇ ਹਾਂ। ਨੈਕਸਟ ਸਾਡੇ ਕੋਲ ਚੌਥੇ ਨੰਬਰ 'ਤੇ ਮਿਲਕ ਵੀ ਇੱਕ ਇਮਲਸ਼ਨ ਦੀ ਹੀ ਐਗਜ਼ਾਮਪਲ ਹੈ। ਮਿਲਕ ਵਿਚ ਇਜ਼ ਐਨ ਇੰਪੋਰਟੈਂਟ ਪਾਰਟ ਆਫ ਆਵਰ ਡਾਈਟ ਇਜ਼ ਐਨ ਇਮਲਸ਼ਨ ਆਫ ਆਇਲ ਇਨ ਵਾਟਰ।
सो ऑयल इन वाटर टाइप इमल्शन होंगी है, मिल्क की भी एग्जाम्पल तुसीं पहला पढ़ी है। सो दीज आर द 4 एप्लीकेशंस ऑफ इमल्शनस। नैक्सट इस तो बाद आ जांदियां जैल्स। नैक्सट टॉपिक है इमल्शनस तो बाद जैल। जैल वगैरह आप यूज़ भी करते हैं या देखी भी होनी है सारिਆਂ ने, ये बारे आप डिस्कस करांगे। ए जैल इज़ ए कोलॉइडल सिस्टम इन विच आ लिक्विड इज़ डिस्पर्स्ड इन ए सॉलिड, मतलब जिहदे च लिक्विड एक डिस्परजन डिस्पर्स्ड फेज हुंदा है ते सॉलिड जिहड़ा है वो डिस्परजन मीडियम हुंदा है, मतलब ज़्यादा अमाउंट दे विच सॉलिड घट अमाउंट दे विच लिक्विड। तो इहो जे कोलॉइडल सोल्यूशन नूं आपां जैल का नाम दे दिंदे हैं। फॉर एग्जाम्पल गम गूंद हो गया, गैलाटिन भी यही फॉर्म होंदी है, चीज़ हो गया पनीर, फ्रूट जैम हो गया, हेयर जैल हो गई, सिलिका जैल भी होंदी है एक, सिलिकन डाइऑक्साइड +1 पढ़ी है तुसीं, एटसैट्रा। ये सारियां जैल्स होंदियां ने। दीज आर क्लासीफाइड इंटू 2 टाइप्स, 2 तरह दी होंदियां ने जैल्स। नंबर 1 इलास्टिक जैल्स, जिन्हां दे विच इलास्टिसिटी होंदी है, मतलब जिन्हां नूं स्ट्रैच किया जा सकता है। These are the gels which possesses the property of elasticity. For example, cheese हो गया, फ्रूट जैम, गम, स्टार्च, ये सारियां इलास्टिक जैल्स ने। दूजियां होंदियां ने नॉन इलास्टिक जैल्स, जिन्होंने स्ट्रैच नहीं किया जा सकता। These are the gels which are rigid and do not have the property of elasticity. ये कहते वो जैल्स ने जिहड़ियां हार्ड होंदियां ने, कठोर होंदियां ने, तो जिन्होंने स्ट्रैच नहीं किया जा सकता उन्होंने नॉन इलास्टिक जैल्स कह दें। फॉर एग्जाम्पल सिलिका जैल, Z नहीं है G है इत्थे, सिलिका जैल हो गई। सिलिकन डाइऑक्साइड दी गोलियां होंदियां छोटियां छोटियां, जिहड़े इलैक्ट्रॉनिक इक्विपमेंट्स होंदे उन्हां दे विच पाईयां होंदियां तां जो उत्थे एयर नूं अब्जॉर्ब कर सकन अपने उपर। सो अज दे लई तुहाडा ये इन्ना ही टॉपिक सही। नैक्सट टॉपिक आपां तुहाडा नैक्सट वीडियो दे विच डिस्कस करांगे। थैंक यू।